सत श्री अकाल जी सारिਆਂ ਨੂੰ। मैं दुबई ਵਿੱਚ ਕੰਮ ਕਰਦਾ ਸੀ। हर महीने कोई ना कोई अणपछाता व्यक्ति मेरी पत्नी ਨੂੰ ਲੱਖਾਂ ਰੁਪਈਆ ਦੇ ਜਾਂਦਾ ਤੇ ਕਹਿੰਦਾ ਕਿ ਇਹ ਪੈਸੇ ਤੇਰੇ ਪਤੀ ਨੇ ਭੇਜੇ ਹਨ। ਜੇਕਰ ਮੇਰੀ ਪਤਨੀ ਮੈਨੂੰ ਫੋਨ ਕਰਕੇ ਦੱਸਦੀ ਤਾਂ ਮੈਂ ਚਿੰਤਾ ਵਿੱਚ ਪੈ ਜਾਂਦਾ, ਕਿਉਂਕਿ ਮੈਂ ਆਪਣੀ ਪਤਨੀ ਨੂੰ ਪਿਛਲੇ 1 ਸਾਲ ਤੋਂ ਕੋਈ ਪੈਸਾ ਨਹੀਂ ਭੇਜਿਆ ਸੀ। ਮੈਨੂੰ ਇੱਥੇ ਕੋਈ ਕੰਮ ਨਹੀਂ ਮਿਲ ਰਿਹਾ ਸੀ। इस बार आदमी ने मेरी पत्नी ਨੂੰ 50 ਲੱਖ रुपए ਦਿੱਤੇ ਤਾਂ मेरी पत्नी ने नवां घर खरीद लिया। ਜਦੋਂ ਮੇਰੀ ਪਤਨੀ ਨੇ ਵੀਡੀਓ ਕਾਲ ਤੇ ਮੈਨੂੰ ਉਹ ਘਰ ਦਿਖਾਇਆ ਤਾਂ ਮੈਂ ਉਸ ਸਮੇਂ ਭਾਰਤ ਵਾਪਸ ਆ ਗਿਆ। ਮੇਰਾ ਦਿਲ ਕੰਬ ਗਿਆ ਜਦੋਂ ਉਹ ਆਦਮੀ, ਮੇਰਾ ਨਾਮ ਪ੍ਰਭੂ ਹੈ, ਮੇਰੇ ਪਿਤਾ ਮਕੈਨਿਕ ਸਨ ਤੇ ਬਿਲਡਿੰਗ ਦਾ ਕੰਮ ਕਰਦੇ ਸਨ। ਇੱਕ ਵਾਰ ਉਹ ਘਰੇਲੂ ਕੰਮ ਕਰਦੇ ਸਮੇਂ ਫਿਸਲ ਗਏ ਤੇ ਦੂਜੀ ਮੰਜ਼ਲ ਤੋਂ ਜ਼ਮੀਨ ਤੇ ਹੇਠਾਂ ਡਿੱਗ ਗਏ। ਉਹਨਾਂ ਦੀ ਲੱਤ ਟੁੱਟ ਗਈ। ਕੁਝ ਸਮੇਂ ਲਈ ਕੰਮ ਬਿਲਕੁਲ ਬੰਦ ਹੋ ਗਿਆ। ਮੇਰੀ ਬਚਤ ਇਲਾਜ ਅਤੇ ਦਵਾਈ ਦੇ ਖਰਚੇ ਤੇ ਹੋ ਗਈ, ਜਿਸ ਕਾਰਨ ਘਰ ਵਿੱਚ ਭੁੱਖਮਰੀ ਦੀ ਸਥਿਤੀ ਬਣ ਗਈ। ਜਿਵੇਂ ਹੀ ਮੈਂ ਹੋਸ਼ ਸੰਭਾਲੀ, ਮੈਂ ਆਪਣੇ ਪਿਤਾ ਜੀ ਦੀ ਮਦਦ ਕਰਨ ਦੇ ਇਰਾਦੇ ਨਾਲ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਨ। ਜਦੋਂ ਪਾਪਾ ਜੀ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਤਾਂ ਉਹਨਾਂ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਇਸ ਲਈ ਉਹ ਦੁਬਾਰਾ ਘਰ ਦੇ ਹਾਲਾਤਾਂ ਨੂੰ ਸੰਭਾਲਣ ਦੇ ਯੋਗ ਨਹੀਂ ਸੀ। ਪਰ ਹੁਣ ਮੈਂ ਜਵਾਨ ਸੀ ਤੇ ਮੈਂ ਆਪਣੇ ਪੈਰਾਂ ਤੇ ਖੜਾ ਹੋਣ ਦੇ ਕਾਬਲ ਸੀ ਅਤੇ ਇੰਨਾ ਕਮਾ ਸਕਦਾ ਸੀ ਕਿ ਘਰ ਵਿੱਚ ਖਾਣ ਪੀਣ ਦਾ ਇੰਤਜ਼ਾਮ ਹੋਣ ਲੱਗਾ। ਹੁਣ ਭੁੱਖ ਦੀ ਕੋਈ ਸਮੱਸਿਆ ਨਹੀਂ ਸੀ। ਮੇਰੀ ਮਾਂ ਨੇ ਮੇਰਾ ਵਿਆਹ ਆਪਣੀ ਦੋਸਤ ਦੀ ਧੀ ਨਾਲ ਕਰਵਾ ਦਿੱਤਾ। ਮੇਰੀ ਪਤਨੀ ਮੇਰੇ ਤੋਂ ਉਮਰ ਵਿੱਚ ਕਾਫੀ ਛੋਟੀ ਸੀ, ਪਰ ਬਹੁਤ ਹੀ ਹੁਸ਼ਿਆਰ ਅਤੇ ਬਹੁਤ ਸੋਹਣੀ ਸੀ। ਵਿਆਹ ਦੇ ਕੁਝ ਦਿਨਾਂ ਵਿੱਚ ਹੀ ਉਸਨੇ ਪੂਰਾ ਘਰ ਸੰਭਾਲ ਲਿਆ ਸੀ। ਹੁਣ ਮੈਂ ਵੀ 2-3 ਥਾਵਾਂ ਤੇ ਕੰਮ ਕਰਨ ਲੱਗਾ ਸੀ ਤਾਂ ਜੋ ਘਰ ਦੇ ਹਾਲਾਤ ਕੁਝ ਚੰਗੇ ਬਣ ਸਕਣ। ਵਿਆਹ ਦਾ ਕੁਝ ਸਮਾਂ ਇਦਾਂ ਹੀ ਹੱਸਦਿਆਂ ਖੇਡਦਿਆਂ ਗੁਜ਼ਰ ਗਿਆ। ਸਾਡੀਆਂ 2 ਜੁੜਵਾ ਧੀਆਂ ਸਨ ਅਤੇ ਇਹਨਾਂ ਦੋਹਾਂ ਦੇ ਆਉਣ ਤੋਂ ਬਾਅਦ ਘਰ ਦੇ ਸਾਰੇ ਲੋਕ ਰੁੱਝ ਗਏ ਤੇ ਉਹਨਾਂ ਦੀਆਂ ਛੋਟੀਆਂ-ਛੋਟੀਆਂ ਸ਼ਰਾਰਤਾਂ ਕਾਰਨ ਘਰ ਦਾ ਮਾਹੌਲ ਬਹੁਤ ਵਧੀਆ ਹੋ ਗਿਆ। ਪਰ ਫਿਰ ਹਾਲਾਤ ਨੇ ਮੋੜ ਲੈ ਲਿਆ। ਮੇਰੇ ਪਿਤਾ ਜੀ ਨੂੰ ਇੱਕ ਵੱਡੇ ਘਰ ਵਿੱਚ ਪੋਸ਼ਣ ਤਿਆਰ ਕਰਨ ਦਾ ਕੰਮ ਮਿਲ ਗਿਆ, ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਵੱਡਾ ਕੰਮ ਮੇਰੇ ਪਿਤਾ ਨੂੰ ਇੰਨੀ ਸ਼ਰਮ ਅਤੇ ਬਦਨਾਮੀ ਦੇਵੇਗਾ ਕਿ ਸਾਡਾ ਸਾਰਾ ਘਰ ਟੁੱਟ ਜਾਵੇਗਾ ਤੇ ਅਸੀਂ ਦੁਬਾਰਾ ਇਸ ਨੂੰ ਸੰਭਾਲ ਨਹੀਂ ਸਕਾਂਗੇ। ਪਾਪਾ ਘਰ ਬਣਾਉਣ ਵਿੱਚ ਰੁੱਝ ਗਏ ਅਤੇ ਪਹਿਲਾਂ ਨਾਲੋਂ ਜ਼ਿਆਦਾ ਲਗਨ ਮਿਹਨਤ ਨਾਲ ਕੰਮ ਕਰਨ ਲੱਗੇ। ਪਰ ਇੱਕ ਦਿਨ ਉਸਨੇ ਇੱਕ ਗਲਤੀ ਕੀਤੀ ਜਿਸ ਨੂੰ ਉਸਦੀ ਸਾਰੀ ਮਿਹਨਤ ਬਰਬਾਦ ਕਰ ਦਿੱਤੀ। ਲਗਭਗ 1 ਮਹੀਨੇ ਦੀ ਮਿਹਨਤ ਤੋਂ ਬਾਅਦ ਪਿਤਾ ਜੀ ਨੇ ਉਸ ਘਰ ਦਾ ਢਾਂਚਾ ਤਿਆਰ ਕਰ ਲਿਆ ਸੀ। ਉਸ ਘਰ ਦੇ 2-3 ਦਰਵਾਜ਼ੇ ਦੂਜੇ ਪਾਸੇ ਬਣੀ ਪੋਸ਼ਣ ਦੇ ਵੱਲ ਖੁੱਲ੍ਹਦੇ ਸਨ ਅਤੇ ਉਸ ਹਿੱਸੇ ਵਿੱਚ ਘਰ ਦਾ ਮਾਲਕ ਰਹਿੰਦਾ ਸੀ। ਉਹ ਆਪਣੇ ਪੁੱਤਰ ਲਈ ਨਵਾਂ ਮਕਾਨ ਬਣਾ ਰਿਹਾ ਸੀ, ਕਿਉਂਕਿ ਉਸਨੇ ਆਪਣੇ ਪੁੱਤਰ ਦਾ ਵਿਆਹ ਕਰਵਾਉਣਾ ਸੀ। ਬੇਟੇ ਦੇ ਵਿਆਹ ਦੇ ਨਾਲ-ਨਾਲ ਉਹ ਆਪਣੀ ਧੀ ਦਾ ਵਿਆਹ ਵੀ ਕਰਵਾ ਰਿਹਾ ਸੀ। ਉਹ ਬਹੁਤ ਅਮੀਰ ਪਰਿਵਾਰ ਸੀ। ਉਹਨਾਂ ਕੋਲ ਬਹੁਤ ਸਾਰਾ ਪੈਸਾ ਸੀ। ਨਵੇਂ ਪੋਸ਼ਣ ਵਿੱਚ ਬਹੁਤ ਸਾਰਾ ਪੈਸਾ ਲੱਗ ਰਿਹਾ ਸੀ। ਪਾਪਾ ਨੂੰ ਵੀ ਇਹੀ ਆਸ ਸੀ ਕਿ ਇਸ ਕੰਮ ਵਿੱਚ ਉਹਨਾਂ ਨੂੰ ਚੰਗੀ ਰਕਮ ਦੀ ਬਚਤ ਹੋਵੇਗੀ। ਉਹ ਹਰ ਰੋਜ਼ ਮੇਰੀ ਮਾਂ ਨੂੰ ਕਹਿੰਦੇ ਸੀ ਕਿ ਜੇਕਰ ਇਸ ਕੰਮ ਤੋਂ ਪੈਸੇ ਬਚ ਜਾਣਗੇ ਤਾਂ ਮੈਂ ਆਪਣੀ ਪੋਤੀ ਦੇ ਨਾਮ ਤੇ ਬੈਂਕ 'ਚ ਜਮ੍ਹਾਂ ਕਰਵਾ ਦੇਵਾਂਗਾ। ਉਹਨਾਂ ਦੇ ਭਵਿੱਖ ਵਿੱਚ ਲਾਭ ਹੋਵੇਗਾ। ਪਾਪਾ ਅਕਸਰ ਦੇਰ ਰਾਤ ਤੱਕ ਇਕੱਲੇ ਕੰਮ ਕਰਦੇ ਸੀ। ਇੱਕ ਦਿਨ ਪਿਤਾ ਜੀ ਹੋਰ ਮਜ਼ਦੂਰਾਂ ਨਾਲ ਕੰਮ ਕਰ ਰਹੇ ਸਨ। ਘਰ ਦੇ ਮਾਲਕ ਨੇ ਆ ਕੇ ਕਿਹਾ, ਪਰਿਵਾਰ ਦੇ ਸਾਰੇ ਮੈਂਬਰ ਐਮਰਜੈਂਸੀ ਕਾਰਨ ਕਿਤੇ ਜਾ ਰਹੇ ਆ। ਪਾਪਾ ਤੇ ਉਹਨਾਂ ਦੇ ਮਜ਼ਦੂਰ ਜੇਕਰ ਚਾਹਣ ਤਾਂ ਆਪਣਾ ਕੰਮ ਛੱਡ ਕੇ ਜਾ ਸਕਦੇ ਆ, ਕਿਉਂਕਿ ਉਹਨਾਂ ਦੀ ਵਾਪਸੀ ਦਾ ਕੋਈ ਪਤਾ ਨਹੀਂ। ਪਾਪਾ ਨੇ ਦੇਖਿਆ ਕਿ ਅਜੇ ਪੂਰਾ ਕੰਮ ਬਾਕੀ ਆ। ਪਾਪਾ ਲਾਲਚ 'ਚ ਆ ਗਏ ਕਿ ਦਿਨ ਖਰਾਬ ਕਰਨ ਨਾਲੋਂ ਚੰਗਾ ਉਹ ਕੰਮ ਕਰਦੇ ਰਹਿਣ। ਪਾਪਾ ਨੇ ਘਰ ਦੇ ਮਾਲਕ ਨੂੰ ਕਿਹਾ ਕਿ ਉਹ ਆਰਾਮ ਨਾਲ ਆਪਣੇ ਘਰ ਬੰਦ ਕਰਕੇ ਚਲੇ ਜਾਣ। ਮੈਂ ਆਪਣਾ ਕੰਮ ਪੂਰਾ ਕਰਕੇ ਹੀ ਵਾਪਸ ਜਾਵਾਂਗਾ। ਘਰ ਦੇ ਮਾਲਕ ਨੇ ਸਿਰ ਹਿਲਾਇਆ ਤੇ ਉਹ ਆਪਣਾ ਘਰ ਬੰਦ ਕਰਕੇ ਚਲੇ ਗਏ। ਉਸ ਦਿਨ ਮਜ਼ਦੂਰ ਵੀ ਵਿਹਲੇ ਹੋ ਕੇ ਸ਼ਾਮ ਸਮੇਂ ਸਿਰ ਚਲੇ ਗਏ ਤੇ ਪਿਤਾ ਜੀ ਇਕੱਲੇ ਕੰਮ ਵਿੱਚ ਰੁੱਝੇ ਰਹੇ। ਸਮਾਂ ਪੂਰਾ ਹੋਣ ਤੇ ਪਿਤਾ ਜੀ ਗੇਟ ਨੂੰ ਤਾਲਾ ਲਗਾ ਕੇ ਘਰ ਵਾਪਸ ਪਰਤ ਆਏ। ਉਸ ਰਾਤ ਉਹ ਬਹੁਤ ਖੁਸ਼ ਸਨ ਕਿ ਜਲਦੀ ਕੰਮ ਖਤਮ ਹੋ ਜਾਵੇਗਾ ਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ। ਇੱਥੇ ਤੀਸਰੇ ਬੱਚੇ ਦਾ ਵੀ ਕੁਝ ਦਿਨਾਂ ਬਾਅਦ ਜਨਮ ਹੋਣ ਵਾਲਾ ਸੀ। ਦੇਰ ਰਾਤ ਤੱਕ ਘਰ ਦੇ ਸਾਰੇ ਮੈਂਬਰ ਬੈਠੇ ਨਿੱਕੇ ਮਹਿਮਾਨ ਦੇ ਆਉਣ ਬਾਰੇ ਗੱਲਾਂ ਕਰ ਰਹੇ ਸੀ ਕਿ ਫਿਰ ਪਿਤਾ ਜੀ ਥੱਕ ਕੇ ਸੌਂ ਗਏ। ਅਗਲੀ ਸਵੇਰ ਕਿਸੇ ਨੇ ਦਰਵਾਜ਼ਾ ਖੜਕਾਉਣ ਕਾਰਨ ਸਾਡੀ ਅੱਖ ਖੁੱਲੀ। ਅਸੀਂ ਸਾਰੇ ਘਬਰਾ ਕੇ ਖੜੇ ਹੋ ਗਏ। ਜਦੋਂ ਮੈਂ ਜਾ ਕੇ ਦੇਖਿਆ, ਦਰਵਾਜ਼ਾ ਖੋਲ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ, ਕਿਉਂਕਿ ਪੁਲਿਸ ਸਾਹਮਣੇ ਖੜੀ ਸੀ। ਉਹਨਾਂ ਨੇ ਪਿਤਾ ਜੀ ਨੂੰ ਪੁੱਛਿਆ। ਇਸ ਦੌਰਾਨ ਪਿਤਾ ਜੀ ਵੀ ਦਰਵਾਜ਼ੇ ਤੇ ਆ ਗਏ। ਜਦੋਂ ਪਾਪਾ ਨੇ ਉਹਨਾਂ ਦੇ ਸਵਾਲ ਤੇ ਆਪਣੀ ਜਾਣ ਪਹਿਚਾਣ ਕਰਵਾਈ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਡੇ ਨਾਲ ਥਾਣੇ ਆਉਣਾ ਪਵੇਗਾ।
ਅਸੀਂ ਸਾਰੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਘਬਰਾ ਗਏ। ਜਦੋਂ ਮੈਂ ਘਬਰਾਏ ਹੋਏ ਲਹਿਜੇ ਵਿੱਚ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਪਹਿਲਾਂ ਮੇਰੇ ਵੱਲ ਦੇਖਿਆ ਤੇ ਫਿਰ ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਅਸੀਂ ਪਾਪਾ ਦੀ ਗਲਤੀ ਜਾਣਨ ਤੋਂ ਪਹਿਲਾਂ ਹੀ ਸਾਰੇ ਸਦਮੇ ਵਿੱਚ ਆ ਗਏ ਕਿ ਜੇਕਰ ਪੁਲਿਸ ਕਿਸੇ ਇਲਜ਼ਾਮ ਵਿੱਚ ਪਿਤਾ ਨੂੰ ਲੈਣ ਆਈ ਹੈ ਤਾਂ ਪੁਲਿਸ ਤੋਂ ਛੁਟਕਾਰਾ ਪਾਉਣਾ ਔਖਾ ਹੋ ਜਾਵੇਗਾ। ਪਾਪਾ ਦੇ ਬਾਰ-ਬਾਰ ਪੁੱਛਣ ਤੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਜਿਸ ਘਰ ਨੂੰ ਪਾਪਾ ਬਣਵਾ ਰਹੇ ਹਨ ਉੱਥੇ ਕਾਫੀ ਮਾਤਰਾ ਵਿੱਚ ਸੋਨਾ ਤੇ ਨਗਦੀ ਚੋਰੀ ਹੋ ਗਈ ਆ। ਉਹਨਾਂ ਨੇ ਦੱਸਿਆ ਕਿ ਚੋਰ ਨਵੇਂ ਬਣੇ ਮਕਾਨ ਵਿੱਚ ਪੁਰਾਣੇ ਪੋਸ਼ਣ ਵਾਲੇ ਦਰਵਾਜ਼ੇ ਦਾ ਤਾਲਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਏ ਹਨ ਤੇ ਇਹ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਪਰਿਵਾਰਕ ਮੈਂਬਰਾਂ ਨੇ ਪਿਤਾ ਜੀ ਅਤੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਸ਼ੱਕ ਕੀਤਾ। ਇਸ ਮਕਾਨ ਮਾਲਕ ਨੇ ਪੁਲਿਸ ਨੂੰ ਦੱਸਿਆ ਕਿ ਮਕੈਨਿਕ ਅਤੇ ਮਜ਼ਦੂਰ ਸਾਰਾ ਦਿਨ ਘਰ ਵਿੱਚ ਘੁੰਮਦੇ ਰਹਿੰਦੇ ਸੀ ਅਤੇ ਹਰ ਚੀਜ਼ ਨੂੰ ਦੇਖਦੇ ਰਹਿੰਦੇ ਸੀ ਅਤੇ ਜਦੋਂ ਉਹ ਐਮਰਜੈਂਸੀ ਵਿੱਚ ਘਰੋਂ ਗਏ ਤਾਂ ਮਕੈਨਿਕ ਅਤੇ ਮਜ਼ਦੂਰ ਮੌਕਾ ਦੇਖ ਕੇ ਉੱਥੇ ਰੁਕ ਗਏ। ਜਾਣ ਤੋਂ ਬਾਅਦ ਉਹਨਾਂ ਨੇ ਆਸਾਨੀ ਨਾਲ ਚੋਰੀ ਕਰ ਲਈ। ਪਾਪਾ ਕਸਮਾਂ ਖਾ ਰਹੇ ਸਨ ਕਿ ਇਹ ਸਭ ਨਿਰਾ ਇਲਜ਼ਾਮ ਆ। ਮੈਂ ਉਸ ਘਰ ਦਾ 1 ਰੁਪਈਆ ਵੀ ਨਹੀਂ ਚੁੱਕਿਆ। ਮੈਂ ਮੇਰੇ ਪਿਤਾ ਜੀ ਨੂੰ ਦੱਸਣ ਤੋਂ ਪਹਿਲਾਂ ਹੀ ਜਾਣਦਾ ਸੀ ਕਿ ਮੇਰੇ ਪਿਤਾ ਜੀ ਨੇ ਔਖੇ ਸਮੇਂ ਵਿੱਚ ਬੜੀ ਮਿਹਨਤ ਤੋਂ ਕੰਮ ਲਿਆ ਸੀ, ਮਿਹਨਤ ਮਜ਼ਦੂਰੀ ਕੀਤੀ ਸੀ, ਪਰ ਉਸਨੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਸੀ। ਇਸ ਲਈ ਉਹ ਚੋਰੀ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਕਈ ਵਾਰ ਅਸੀਂ ਪਾਣੀ ਪੀ ਕੇ ਸੌਂ ਜਾਂਦੇ ਸੀ ਕਿਉਂਕਿ ਘਰ ਵਿੱਚ ਖਾਣ ਲਈ ਆਟਾ ਜਾਂ ਸਬਜ਼ੀ ਨਹੀਂ ਹੁੰਦੀ ਸੀ। ਪਹਿਲਾਂ ਉਹਨਾਂ ਨੇ ਕਦੇ ਇਹ ਗੁਨਾਹ ਨਹੀਂ ਕੀਤਾ ਤਾਂ ਹੁਣ ਪਿਤਾ ਜੀ ਨੂੰ ਕੀ ਲੋੜ ਸੀ। ਇਸ ਕਰਕੇ ਸਾਡੇ ਹਾਲਾਤ ਕੁਝ ਠੀਕ ਹੋ ਗਏ ਸਨ। ਫਿਰ ਪੁਲਿਸ ਵਾਲਿਆਂ ਨੇ ਸਾਡੀ ਪੂਰੇ ਘਰ ਦੀ ਤਲਾਸ਼ੀ ਲਈ ਤੇ ਚੋਰੀ ਹੋਏ ਸਮਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਪਰ ਘਰ ਵਿੱਚ ਸੋਨੇ ਦੀ ਇੱਕ ਅੰਗੂਠੀ ਵੀ ਮੌਜੂਦ ਨਹੀਂ ਸੀ। ਜਦੋਂ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਮਿਲਿਆ ਤਾਂ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ। ਉਹ ਮੇਰੇ ਪਿਤਾ ਜੀ ਨੂੰ ਕਾਲਰ ਤੋਂ ਫੜ ਕੇ ਘਸੀਟਦੇ ਹੋਏ ਉੱਥੋਂ ਲੈ ਗਏ। ਉਹ ਦ੍ਰਿਸ਼ ਮੇਰੀਆਂ ਅੱਖਾਂ ਲਈ ਸਭ ਤੋਂ ਦਰਦਨਾਕ ਦ੍ਰਿਸ਼ ਸੀ। ਮੈਨੂੰ ਅਜਿਹੀ ਤਕਲੀਫ ਤਾਂ ਉਦੋਂ ਵੀ ਨਹੀਂ ਹੋਈ ਸੀ ਜਦੋਂ ਪਾਪਾ ਦਾ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਦੀ ਲੱਤ ਟੁੱਟ ਗਈ ਸੀ ਤੇ ਉਹਨਾਂ ਨੂੰ ਖੂਨ ਨਾਲ ਲੱਥ-ਪੱਥ ਹਸਪਤਾਲ ਲਿਜਾਇਆ ਗਿਆ ਸੀ। ਪਿਤਾ ਜੀ ਨੂੰ ਮੇਰੇ ਘਰ ਤੋਂ ਬਾਹਰ ਨਿਕਲਦੇ ਸਮੇਂ ਬੜੇ ਸਤਿਕਾਰ ਨਾਲ ਹੱਥ ਫੜ ਕੇ ਬਾਹਰ ਤੱਕ ਲੈ ਕੇ ਜਾਂਦਾ ਸੀ। ਅੱਜ ਉਸ ਨੂੰ ਮੇਰੀਆਂ ਅੱਖਾਂ ਸਾਹਮਣੇ ਬੇਰਹਿਮੀ ਨਾਲ ਘਸੀਟਿਆ ਗਿਆ। ਸਾਡੇ ਕਾਨੂੰਨ ਅਤੇ ਸਮਾਜ ਵਿੱਚ ਸਿਰਫ ਪੈਸੇ ਦੀ ਹੀ ਇੱਜ਼ਤ ਹੁੰਦੀ ਆ। ਇੱਥੇ ਉਮਰ ਦਾ ਕੋਈ ਸਨਮਾਨ ਨਹੀਂ ਹੁੰਦਾ ਅਤੇ ਸ਼ਾਇਦ ਇਹੀ ਕਾਰਨ ਆ ਕਿ ਸਾਡਾ ਦੇਸ਼ ਕਦੇ ਤਰੱਕੀ ਨਹੀਂ ਕਰ ਸਕਿਆ। ਇੱਥੇ ਗਰੀਬਾਂ ਨਾਲ ਉਹਨਾਂ ਦਾ ਜੁਰਮ ਸਾਬਤ ਕਰਨ ਤੋਂ ਪਹਿਲਾਂ ਹੀ ਅਪਰਾਧੀਆਂ ਵਰਗਾ ਸਲੂਕ ਕੀਤਾ ਜਾਂਦਾ। ਮੇਰੀ ਮਾਂ ਰੋ ਰਹੀ ਸੀ ਤੇ ਮੇਰੀਆਂ ਧੀਆਂ ਡਰੀਆਂ ਹੋਈਆਂ ਸੀ। ਮੇਰੀ ਪਤਨੀ ਅਤੇ ਭਾਰੀ ਸਰੀਰ ਨਾਲ ਮੇਰੀ ਡਰੀ ਹੋਈ ਮਾਂ ਨੂੰ ਸੰਭਾਲ ਰਹੀ ਸੀ ਤੇ ਕਦੇ ਆਪਣੀਆਂ ਧੀਆਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਆਪਣੀ ਮਾਂ ਨੂੰ ਦਿਲਾਸਾ ਦਿੱਤਾ ਤੇ ਦਰਵਾਜ਼ਾ ਬੰਦ ਕਰਨ ਲਈ ਕਿਹਾ। ਮੈਂ ਘਰੋਂ ਸਿੱਧਾ ਥਾਣੇ ਚਲਿਆ ਗਿਆ। ਮੈਂ ਆਪਣੇ ਪਿਤਾ ਜੀ ਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਕਾਫੀ ਭੱਜ ਦੌੜ ਤੋਂ ਬਾਅਦ ਮੈਨੂੰ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਉਸ ਦਾ ਭਰਾ ਥਾਣੇ ਵਿੱਚ ਛੋਟਾ ਕਾਂਸਟੇਬਲ ਸੀ। ਉਹ ਇਸ ਸੰਬੰਧ ਵਿੱਚ ਮੇਰੀ ਮਦਦ ਤਾਂ ਨਹੀਂ ਕਰ ਸਕਦਾ ਸੀ ਪਰ ਮੇਰੇ ਪਿਤਾ ਜੀ ਦੇ ਬਾਰੇ ਪਤਾ ਕਰਕੇ ਮੈਨੂੰ ਦੱਸ ਸਕਦਾ ਸੀ। ਉਸਨੇ ਹੀ ਮੈਨੂੰ ਦੱਸਿਆ ਸੀ ਕਿ ਪਿਤਾ ਜੀ ਵਾਂਗ ਹੋਰ ਮਜ਼ਦੂਰਾਂ ਨੂੰ ਵੀ ਖਾਲੀ ਹੱਥ ਥਾਣੇ ਲਿਆਂਦਾ ਗਿਆ। ਸਾਰਿਆਂ ਨੇ ਇਹੀ ਬਿਆਨ ਦਿੱਤਾ ਕਿ ਉਹ ਜਲਦੀ ਆਪਣਾ ਕੰਮ ਮੁਕਾ ਕੇ ਉੱਥੋਂ ਚਲੇ ਗਏ ਸੀ। ਥੋੜੀ ਜਿਹੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਚੋਰੀ ਦਾ ਸਾਰਾ ਦੋਸ਼ ਮੇਰੇ ਪਿਤਾ ਜੀ ਤੇ ਆ ਗਿਆ। ਪਾਪਾ ਜੀ ਨੂੰ ਸਜ਼ਾ ਮਿਲ ਗਈ ਤੇ ਉਸ ਘਰ ਦੇ ਮਾਲਕ ਨੇ ਕਿਹਾ ਸੀ ਕਿ ਜਦੋਂ ਤੱਕ ਪਾਪਾ ਉਸ ਦਾ ਸੋਨਾ ਅਤੇ ਪੈਸੇ ਵਾਪਸ ਨਹੀਂ ਦਿੰਦਾ ਉਦੋਂ ਤੱਕ ਉਸ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ। ਮੈਂ ਉਸ ਘਰ ਦਾ ਪਤਾ ਲਿਆ ਤੇ ਉੱਥੇ ਪਹੁੰਚ ਕੇ ਉਹਨਾਂ ਸਾਰਿਆਂ ਤੋਂ ਚੋਰੀ ਹੋਣ ਦੀ ਜਾਣਕਾਰੀ ਲਈ। ਚੋਰੀ ਦਾ ਅਫਸੋਸ ਕਰਨ ਲਈ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਮੈਂ ਉਸ ਆਦਮੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਪਿਤਾ ਜੀ ਚੋਰ ਨਹੀਂ ਹਨ। ਮੈਂ ਹੱਥ ਜੋੜ ਕੇ ਉਸ ਆਦਮੀ ਨੂੰ ਬੇਨਤੀ ਕੀਤੀ ਕਿ ਤੁਸੀਂ ਪੁਲਿਸ ਨਾਲ ਸੰਪਰਕ ਕਰੋ ਤੇ ਅਸਲ ਚੋਰ ਲੱਭਣ ਦੀ ਕੋਸ਼ਿਸ਼ ਕਰੋ ਕਿਉਂਕਿ ਮੇਰੇ ਪਿਤਾ ਜੀ ਸਾਰੀ ਉਮਰ ਵਿੱਚ ਜੇਲ੍ਹ ਬੈਠੇ ਰਹੇ ਤਾਂ ਫਿਰ ਵੀ ਤੁਹਾਨੂੰ ਕਦੇ ਵੀ ਆਪਣਾ ਸਮਾਨ ਵਾਪਸ ਨਹੀਂ ਮਿਲੇਗਾ। ਮੇਰੇ ਪਿਤਾ ਜੀ ਨੇ ਚੋਰੀ ਨਹੀਂ ਕੀਤੀ। ਮੇਰੇ ਬਾਰ-ਬਾਰ ਕਹਿਣ ਤੇ ਉਹ ਆਦਮੀ ਗੁੱਸੇ ਜਿਹਾ ਹੋ ਗਿਆ। ਮੇਰੇ ਨਾਲ ਧੱਕਾ ਮੁੱਕੀ ਕਰਨ ਲੱਗਾ। ਪਤਾ ਨਹੀਂ ਉਹ ਗੁੱਸੇ ਵਿੱਚ ਮੈਨੂੰ ਕੀ ਕੁਝ ਕਹਿ ਰਿਹਾ ਸੀ ਕਿ ਤੁਸੀਂ ਗਰੀਬ ਲੋਕ ਦੁਨੀਆ ਦੇ ਸਾਹਮਣੇ ਭੋਲੇ ਬਣਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਦੇ ਹੋ ਪਰ ਅਸਲ ਵਿੱਚ ਤੁਸੀਂ ਲੋਕਾਂ ਦੇ ਘਰ ਖਾਲੀ ਕਰਕੇ
ਆਪਣੀ ਜਾਇਦਾਦ ਬਣਾ ਲੈਂਦੇ ਹੋ। ਮੈਂ ਚੁੱਪਚਾਪ ਉਸ ਵੱਲ ਦੇਖਦਾ ਰਿਹਾ। ਮੇਰੇ ਵਾਰ-ਵਾਰ ਕਹਿਣ ਦੇ ਬਾਵਜੂਦ ਉਸਨੇ ਆਪਣੀ ਜ਼ੁਬਾਨ ਬੰਦ ਨਹੀਂ ਕੀਤੀ। ਅਸਲ ਵਿੱਚ ਉਹਨਾਂ ਨੇ ਮੇਰੇ ਮੂੰਹ ਤੇ ਥੱਪੜ ਵੀ ਮਾਰੇ ਤੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ। ਉਹ ਵਿਅਕਤੀ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਉਸ ਦੇ ਨਾਲ ਖੜੇ ਕੁਝ ਉਸਦੇ ਵਰਗੇ ਪੜ੍ਹੇ ਲਿਖੇ ਲੋਕ ਵੀ ਸਨ ਜੋ ਮੇਰੇ ਨਾਲ ਹੋ ਰਹੇ ਇਸ ਵਿਵਹਾਰ ਤੋਂ ਦੁਖੀ ਹੋ ਰਹੇ ਸੀ। ਉਹ ਲੋਕ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਸੀ। ਜਦੋਂ ਲੋਕਾਂ ਨੇ ਉਸ ਨੂੰ ਰੋਕਿਆ ਤਾਂ ਉਸ ਵਿਅਕਤੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਬੱਚਿਆਂ ਦਾ ਵਿਆਹ ਹੋਣ ਵਾਲਾ ਸੀ। ਮੈਂ ਕੁਝ ਦਿਨ ਪਹਿਲਾਂ ਹੀ ਉਹ ਸਾਰੇ ਗਹਿਣੇ ਘਰ ਲੈ ਕੇ ਆਇਆ ਸੀ ਤੇ ਉਹ ਉਸਦੇ ਪਿਤਾ ਜੀ ਨੇ ਚੋਰੀ ਕਰ ਲਏ ਹਨ। ਉਹ ਵਿਅਕਤੀ ਕਹਿਣ ਲੱਗਾ ਕਿ ਮੈਂ ਆਪਣੀ ਧੀ ਤੇ ਮੁੰਡੇ ਦੇ ਸਹੁਰਿਆਂ ਨੂੰ ਕੀ ਮੂੰਹ ਦਿਖਾਵਾਂਗਾ, ਪਰ ਮੈਂ ਸੋਚ ਰਿਹਾ ਸੀ ਕਿ ਉਹ ਬਿਨਾਂ ਕਿਸੇ ਸਬੂਤ ਦੇ ਗਰੀਬ ਵਿਅਕਤੀ ਨੂੰ ਜੇਲ੍ਹ ਵਿੱਚ ਬੰਦ ਕਰਕੇ ਉਸ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਕੇ ਉਸ ਨੂੰ ਕੀ ਸੋਨਾ ਮਿਲ ਜਾਵੇਗਾ। ਮੈਂ ਨਿਰਾਸ਼ ਹੋ ਕੇ ਘਰ ਆ ਗਿਆ ਤੇ ਘਰ ਆ ਕੇ ਦਰਵਾਜ਼ਾ ਬੰਦ ਦੇਖ ਕੇ ਹੈਰਾਨ ਰਹਿ ਗਿਆ। ਮੈਂ ਘਬਰਾ ਗਿਆ ਤੇ ਆਪਣੇ ਗੁਆਂਢੀਆਂ ਦਾ ਦਰਵਾਜ਼ਾ ਖੜਕਾਇਆ ਤੇ ਆਪਣੀ ਪਤਨੀ ਅਤੇ ਮੇਰੀ ਮਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਸ਼ਾਮ ਨੂੰ ਤੁਹਾਡੀ ਪਤਨੀ ਦੀ ਤਬੀਅਤ ਵਿਗੜ ਗਈ ਸੀ ਅਤੇ ਤੁਹਾਡੀ ਮਾਂ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਈ। ਮੈਂ ਕਾਹਲੀ ਨਾਲ ਉੱਥੇ ਪਹੁੰਚ ਗਿਆ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਾਹਮਣੇ ਮੇਰੀ ਮਾਂ ਉਦਾਸ ਖੜੀ ਸੀ। ਜਦੋਂ ਮੈਂ ਮਾਂ ਕੋਲ ਪਹੁੰਚਿਆ ਤਾਂ ਉਹ ਉਮੀਦ ਭਰੇ ਲਹਿਜੇ ਵਿੱਚ ਪਿਤਾ ਬਾਰੇ ਪੁੱਛਣ ਲੱਗੀ। ਮੈਂ ਨਿਰਾਸ਼ ਹੋ ਕੇ ਆਪਣਾ ਸਿਰ ਝੁਕਾ ਲਿਆ ਤੇ ਚੁੱਪ ਰਿਹਾ। ਮੈਂ ਮਾਂ ਨੂੰ ਦਿਲਾਸਾ ਦਿੱਤਾ ਅਤੇ ਆਪਣੀ ਪਤਨੀ ਬਾਰੇ ਪੁੱਛਿਆ ਤਾਂ ਇੱਕ ਨਰਸ ਮੈਨੂੰ ਵਧਾਈ ਦੇਣ ਲੱਗੀ ਕਿਉਂਕਿ ਇੱਕ ਵਾਰ ਫਿਰ ਮੇਰੇ ਇੱਕ ਧੀ ਹੋਈ ਸੀ। ਜਿਵੇਂ ਹੀ ਮੈਨੂੰ ਇਹ ਖਬਰ ਮਿਲੀ ਮੇਰੀ ਮਾਂ ਦਾ ਸਬਰ ਟੁੱਟ ਗਿਆ ਤੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਜਦੋਂ ਮੈਂ ਉਹਨਾਂ ਨੂੰ ਚੁੱਪ ਕਰਵਾਉਣ ਲੱਗਾ ਤਾਂ ਉਹ ਕਹਿਣ ਲੱਗੀ ਕਿ ਕਾਸ਼ ਅਸੀਂ ਲਾਲਚ ਨਾ ਕਰਦੇ ਤੇ ਤੁਹਾਡੇ ਪਿਤਾ ਜੀ ਉਹ ਕੰਮ ਲੈਣ ਤੋਂ ਇਨਕਾਰ ਕਰ ਦਿੰਦੇ। ਉਸ ਦੀ ਸਿਹਤ ਹੁਣ ਪਹਿਲਾਂ ਵਰਗੀ ਨਹੀਂ ਰਹੀ। ਮੈਂ ਆਪਣੀ ਮਾਂ ਨੂੰ ਦਿਲਾਸਾ ਦਿੰਦਾ ਰਿਹਾ ਕਿ ਪਾਪਾ ਬੇਕਸੂਰ ਹਨ ਤੇ ਜਲਦੀ ਹੀ ਇਹ ਸਾਬਤ ਵੀ ਹੋ ਜਾਵੇਗਾ। ਜਦੋਂ ਮੇਰੀ ਪਤਨੀ ਦੀ ਹਾਲਤ ਸੁਧਰੀ ਤਾਂ ਅਸੀਂ ਉਹਨਾਂ ਨੂੰ ਘਰ ਲੈ ਆਏ। ਮੈਂ ਆਪਣੇ ਪਿਤਾ ਜੀ ਲਈ ਇੱਧਰ ਉੱਧਰ ਜਾਂਦਾ ਰਿਹਾ ਤੇ ਨਿੱਤ ਦੀ ਬੇਇੱਜ਼ਤੀ ਅਤੇ ਸ਼ਰਮ ਨੂੰ ਭੁੱਲ ਕੇ 2-3 ਵਾਰ ਉਸ ਘਰ ਦੇ ਮਕਾਨ ਮਾਲਕ ਕੋਲ ਫਿਰ ਗਿਆ ਕਿਉਂਕਿ ਮੈਂ ਗਰੀਬ ਵਿਅਕਤੀ ਵਕੀਲ ਨਹੀਂ ਕਰ ਸਕਦਾ ਸੀ। ਮੇਰੇ ਕੋਲ ਤਾਂ ਸਿਰਫ ਪਰਮਾਤਮਾ ਦਾ ਸਹਾਰਾ ਸੀ ਤੇ ਉਸ ਤੋਂ ਬਾਅਦ ਉਸ ਵਿਅਕਤੀ ਦਾ ਸਹਾਰਾ ਜੋ ਪਾਪਾ ਨੂੰ ਬੇਕਸੂਰ ਸਮਝ ਕੇ ਉਸ ਨੂੰ ਮਾਫ ਕਰ ਦਿੰਦੇ ਤਾਂ ਹੀ ਪਾਪਾ ਜੇਲ੍ਹ ਤੋਂ ਬਾਹਰ ਆ ਸਕਦੇ ਸਨ। ਪਰ ਉਹ ਬੰਦਾ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਉਸ ਨੂੰ ਪੂਰਾ ਯਕੀਨ ਸੀ ਕਿ ਅਸੀਂ ਉਸ ਦੇ ਸਾਰੇ ਪੈਸੇ ਅਤੇ ਗਹਿਣੇ ਲੁਕੋ ਰੱਖੇ ਹਨ। ਉਹ ਹਰ ਵਾਰ ਇਹੀ ਗੱਲ ਦੁਹਰਾਉਂਦਾ ਕਿ ਜੇ ਮੈਂ ਉਸ ਦਾ ਸਮਾਨ ਉਸ ਨੂੰ ਵਾਪਸ ਕਰ ਦਿੰਦਾ ਹਾਂ ਤਾਂ ਉਹ ਮੇਰੇ ਪਿਤਾ ਨੂੰ ਮਾਫ ਕਰ ਦੇਵੇਗਾ ਤੇ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕਢਵਾ ਦੇਵੇਗਾ। ਪਰ ਉਹ ਉਸ ਦਾ ਸੋਨਾ ਅਤੇ ਪੈਸਾ ਕਿੱਥੋਂ ਵਾਪਸ ਕਰਨਗੇ। ਮੇਰੇ ਪਿਤਾ ਜੀ ਨੇ ਕੋਈ ਚੋਰੀ ਨਹੀਂ ਕੀਤੀ ਸੀ। ਉਹ ਬਿਲਕੁਲ ਬੇਕਸੂਰ ਸੀ ਤੇ ਬਿਨਾਂ ਕੋਈ ਜੁਰਮ ਕੀਤੇ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ। ਉਸ ਦੌਰਾਨ ਮੇਰੇ ਪਾਪਾ ਨਾਲ ਮਿਲਣਾ ਸੰਭਵ ਹੋਇਆ। ਮੈਂ ਉਹਨਾਂ ਨੂੰ ਮਿਲਣ ਲਈ ਜੇਲ੍ਹ ਗਿਆ ਤੇ ਉਹਨਾਂ ਦੀ ਹਾਲਤ ਦੇਖ ਕੇ ਮੇਰਾ ਸਬਰ ਟੁੱਟ ਗਿਆ। ਉਹ ਬਹੁਤ ਬੁਰੀ ਹਾਲਤ ਵਿੱਚ ਜੇਲ੍ਹ ਦੇ ਇੱਕ ਕੋਨੇ ਵਿੱਚ ਬੈਠੇ ਸਨ। ਜਦੋਂ ਮੈਂ ਆਪਣੀ ਧੀ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਇਆ ਤੇ ਕਿਹਾ ਕਿ ਆਪਣੀਆਂ ਧੀਆਂ ਨੂੰ ਮੇਰੇ ਬਾਰੇ ਕੁਝ ਨਾ ਦੱਸੀ। ਉਹਨਾਂ ਨੂੰ ਕਹਿਣਾ ਕਿ ਮੈਂ ਕਿਸੇ ਕੰਮ ਲਈ ਕਿਸੇ ਹੋਰ ਸ਼ਹਿਰ ਗਿਆ ਹਾਂ। ਮੈਂ ਨਹੀਂ ਚਾਹੁੰਦਾ ਕਿ ਉਹ ਇਹ ਸੋਚਣ ਕਿ ਉਹਨਾਂ ਦਾ ਦਾਦਾ ਸੱਚਮੁੱਚ ਚੋਰ ਹੈ। ਇਹਨਾਂ ਸ਼ਬਦਾਂ ਨਾਲ ਮੇਰਾ ਮਨ ਦੁਖੀ ਹੋ ਗਿਆ। ਗਰੀਬੀ ਕਈ ਵਾਰ ਇਨਸਾਨ ਨੂੰ ਬਹੁਤ ਲਾਚਾਰ ਬਣਾ ਦਿੰਦੀ ਆ। ਹੁਣ ਪਹਿਲੀ ਵਾਰ ਮੈਨੂੰ ਗਰੀਬ ਹੋਣ ਦਾ ਦੁੱਖ ਹੋਇਆ ਸੀ। ਪਹਿਲੀ ਵਾਰ ਮੈਂ ਸੋਚਿਆ ਸੀ ਕਿ ਜੇਕਰ ਮੈਂ ਅਮੀਰ ਹੁੰਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ। ਜੇਕਰ ਮੇਰੇ ਪਿਤਾ ਬੇਕਸੂਰ ਹੁੰਦੇ ਤਾਂ ਉਹਨਾਂ ਨੂੰ ਜੇਲ੍ਹ ਨਾ ਜਾਣਾ ਪੈਂਦਾ ਅਤੇ ਮੈਨੂੰ ਕਿਸੇ ਦੀ ਮਿਹਨਤ ਨਾ ਕਰਨੀ ਪੈਂਦੀ। ਜਦੋਂ ਮੈਂ ਆਪਣੇ ਪਿਤਾ ਨੂੰ ਇਹ ਗੱਲ ਦੁਹਰਾਈ ਤਾਂ ਉਹ ਮੈਨੂੰ ਸਮਝਾਉਣ ਲੱਗੇ ਕਿ ਗਰੀਬੀ ਕੋਈ ਮਾੜੀ ਚੀਜ਼ ਨਹੀਂ ਆ। ਮਨੁੱਖ ਦੀ ਸਥਿਤੀ ਅਤੇ ਉਸਦੇ ਜੀਵਨ ਨੂੰ ਤੈਅ ਕਰਨ ਵਾਲਾ ਸਿਰਫ ਪਰਮਾਤਮਾ ਹੀ ਆ ਤੇ ਇੱਕ ਗੱਲ ਹਮੇਸ਼ਾ ਯਾਦ ਰੱਖੀ ਕਿ ਪਰਮਾਤਮਾ ਕਦੇ ਅਨਿਆਏ ਨਹੀਂ ਕਰਦਾ। ਗਰੀਬੀ ਨੂੰ ਗਾਲਾਂ ਕੱਢਣ ਵਾਲੇ ਜ਼ਮੀਨ ਤੇ ਰਹਿਣ ਵਾਲੇ ਉਹ ਲੋਕ ਹਨ ਜਿਨ੍ਹਾਂ ਨੇ ਗਰੀਬੀ ਨੂੰ ਜੁਰਮ ਦੀ ਚੱਕੀ ਵਿੱਚ ਪੀਸ ਕੇ ਆਪਣੇ ਆਪ ਨੂੰ ਰੱਬ ਸਮਝ ਲਿਆ। ਮੈਂ ਆਪਣੇ ਪਿਤਾ ਨੂੰ ਦਿਲਾਸਾ ਦਿੱਤਾ ਤੇ ਘਰ ਵਾਪਸ ਆ ਗਿਆ ਤੇ ਉਸ ਤੋਂ ਬਾਅਦ ਪੂਰਾ 1 ਸਾਲ ਬੀਤ ਗਿਆ ਅਤੇ ਮੈਂ ਆਪਣੇ ਪਿਤਾ ਨੂੰ ਬੇਕਸੂਰ ਸਾਬਤ ਨਹੀਂ ਕਰ ਸਕਿਆ। ਮੇਰੇ ਕੋਲ ਇੰਨੇ ਪੈਸੇ ਨਹੀਂ ਸਨ
ਕਿ ਮੈਂ ਇੱਕ ਚੰਗਾ ਵਕੀਲ ਕਰ ਸਕਾਂ ਤੇ ਆਪਣੇ ਪਿਤਾ ਲਈ ਕੇਸ ਲੜ ਸਕਾਂ। ਗਰੀਬਾਂ ਦੀ ਕੋਈ ਨਹੀਂ ਸੁਣਦਾ। ਜੇ ਤੁਹਾਡੇ ਕੋਲ ਪੈਸਾ ਹੈ ਤਾਂ ਹਰ ਕੋਈ ਤੁਹਾਡੀ ਮਦਦ ਲਈ ਅੱਗੇ ਆਉਂਦਾ ਹੈ। ਸਾਡੇ ਸਾਰੇ ਰਿਸ਼ਤੇਦਾਰਾਂ ਨੇ ਮੂੰਹ ਫੇਰ ਲਿਆ। ਸਾਡੇ ਘਰ ਕੋਈ ਨਹੀਂ ਆਉਂਦਾ ਸੀ। ਸਾਰਿਆਂ ਨੇ ਸੋਚਿਆ ਕਿ ਜੇ ਉਹ ਸਾਡੇ ਘਰ ਆਏ ਤਾਂ ਅਸੀਂ ਉਹਨਾਂ ਤੋਂ ਪੈਸੇ ਮੰਗਾਂਗੇ। ਇਸ ਮਾੜੇ ਸਮੇਂ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ। ਉਲਟਾ ਉਹ ਮੇਰੇ ਪਿਤਾ ਨੂੰ ਚੋਰ ਕਹਿਣ ਲੱਗੇ। ਮੇਰੇ ਪਿਤਾ ਚੋਰ ਨਹੀਂ ਸੀ। ਮੈਂ ਆਪਣੇ ਪਿਤਾ ਜੀ ਲਈ ਇਹ ਸ਼ਬਦ ਨਹੀਂ ਸੁਣ ਸਕਦਾ ਸੀ। ਹੌਲੀ-ਹੌਲੀ ਮੈਂ ਲੋਕਾਂ ਨੂੰ ਮਿਲਣਾ ਹੀ ਬੰਦ ਕਰ ਦਿੱਤਾ। ਮਾੜੇ ਸਮੇਂ ਵਿੱਚ ਹੀ ਆਪਣੀ ਅਤੇ ਦੂਜਿਆਂ ਦੀ ਪਛਾਣ ਹੁੰਦੀ ਹੈ। ਮਾੜੇ ਸਮੇਂ ਵਿੱਚ ਸਾਡਾ ਆਪਣਾ ਕੋਈ ਨਹੀਂ ਸੀ। ਪੂਰਾ 1 ਸਾਲ ਬੀਤ ਗਿਆ ਤੇ ਮੈਂ ਆਪਣੇ ਪਿਤਾ ਜੀ ਨੂੰ ਬੇਕਸੂਰ ਸਾਬਤ ਨਹੀਂ ਕਰ ਸਕਿਆ। ਇਸ 1 ਸਾਲ ਵਿੱਚ ਇੱਕ ਵੀ ਰਾਤ ਅਜਿਹੀ ਨਹੀਂ ਸੀ ਜਿਸ ਵਿੱਚ ਮੈਂ ਸ਼ਾਂਤੀ ਨਾਲ ਸੁੱਤਾ ਸੀ। ਸਾਰੀ ਰਾਤ ਮੇਰੀ ਬੇਚੈਨੀ ਨਾਲ ਬੀਤ ਜਾਂਦੀ ਸੀ। ਮੇਰੇ ਬਾਪੂ ਦਾ ਉਸ ਬੇਬਸ ਚਿਹਰਾ ਮੈਨੂੰ ਤੜਫਾਉਂਦਾ ਰਹਿੰਦਾ ਸੀ। ਉਸ ਦੀਆਂ ਅੱਖਾਂ ਵਿਚਲੀ ਬੇਵਸੀ ਮੈਨੂੰ ਅੰਦਰੋਂ ਅੰਦਰੀ ਝੰਜੋੜ ਦਿੰਦੀ ਸੀ। ਮੈਂ ਆਪਣੇ ਪਿਤਾ ਜੀ ਲਈ ਕੁਝ ਕਰਨ ਦੇ ਯੋਗ ਨਹੀਂ ਸੀ। ਹਰ ਵਾਰ ਮੈਨੂੰ ਆਪਣੇ ਪਿਤਾ ਜੀ ਨੂੰ ਮਿਲਣ ਲਈ ਜੇਲ੍ਹ ਜਾਣਾ ਪੈਂਦਾ ਸੀ। ਪਾਪਾ ਦਾ ਵਾਪਸ ਘਰ ਆਉਣਾ ਨਸੀਬ ਨਾ ਹੋਇਆ। ਜੇਲ੍ਹ ਵਿੱਚ ਰਹਿੰਦਿਆਂ ਉਹ ਬਿਮਾਰ ਤੇ ਕਮਜ਼ੋਰ ਹੋ ਗਏ। ਮੈਂ ਆਪਣੇ ਮਾਤਾ ਪਿਤਾ ਦੇ ਦੁੱਖ ਕਾਰਨ ਬਹੁਤ ਦੁਖੀ ਹੋ ਗਿਆ ਤੇ 1 ਸਾਲ ਬਾਅਦ ਮੇਰੀ ਮਾਂ ਦਾ ਸਬਰ ਵੀ ਮੁੱਕ ਗਿਆ ਤੇ ਉਹ ਮੇਰੇ ਪਿਤਾ ਜੀ ਦੀ ਉਡੀਕ ਵਿੱਚ ਇਸ ਸੰਸਾਰ ਨੂੰ ਛੱਡ ਗਈ। ਮੈਂ ਅਜੇ ਪਿਤਾ ਜੀ ਨੂੰ ਮਾਂ ਦੀ ਮੌਤ ਬਾਰੇ ਦੱਸਣ ਬਾਰੇ ਸੋਚ ਹੀ ਰਿਹਾ ਸੀ ਕਿ ਇੱਕ ਦਿਨ ਸਾਨੂੰ ਪਿਤਾ ਜੀ ਦੀ ਮੌਤ ਦੀ ਖਬਰ ਮਿਲ ਗਈ। ਉਹ ਦੋਨੋਂ ਜਾਣੇ ਦੁਨੀਆ ਵੱਲੋਂ ਦਿੱਤੇ ਦੁੱਖ ਅਤੇ ਬੇਇੱਜ਼ਤੀ ਨੂੰ ਸਹਾਰ ਨਾ ਸਕੇ ਤੇ ਇਸ ਸੰਸਾਰ ਨੂੰ ਛੱਡ ਗਏ। ਮੈਂ ਉਹਨਾਂ ਦੀ ਮੌਤ ਦੇ ਦੁੱਖ ਨੂੰ ਆਪਣੇ ਦਿਲ ਵਿੱਚ ਲੈ ਕੇ ਆਪਣੀ ਪਤਨੀ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਮਜ਼ਦੂਰੀ ਕਰਨ ਲੱਗ ਪਿਆ। ਪਰ ਪਤਾ ਨਹੀਂ ਕਿਸਮਤ ਨੂੰ ਕੀ ਮਨਜ਼ੂਰ ਸੀ ਜੋ ਮੇਰਾ ਕੰਮ ਹਰ ਪਾਸੇ ਤੋਂ ਬੰਦ ਹੋਣ ਲੱਗਾ। ਮੈਂ 2 ਸਾਲ ਮਿਹਨਤ ਕਰਨ ਵਿੱਚ ਖਰਾਬ ਕਰ ਦਿੱਤੇ ਪਰ ਹੁਣ ਘਰ ਵਿੱਚ ਖਾਣ ਲਈ ਕੁਝ ਨਹੀਂ ਸੀ। ਮੈਂ ਆਪਣੀਆਂ ਮਾਸੂਮ ਕੁੜੀਆਂ ਨੂੰ ਭੁੱਖ ਨਾਲ ਰੋਂਦਾ ਦੇਖ ਕੇ ਥੱਕ ਗਿਆ ਸੀ। ਇੱਕ ਦਿਨ ਮੈਂ ਆਪਣੇ ਇੱਕ ਦੋਸਤ ਦੇ ਅੱਗੇ ਬਹੁਤ ਹੱਥ ਪੈਰ ਜੋੜੇ ਤੇ ਉਸ ਤੋਂ ਕਰਜ਼ ਲੈ ਕੇ ਦੁਬਈ ਚਲਾ ਗਿਆ। ਮੈਂ ਉੱਥੇ ਇੱਕ ਮਾਲ ਵਿੱਚ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਮੈਂ ਘਰ ਪੈਸੇ ਨਹੀਂ ਭੇਜ ਸਕਿਆ ਕਿਉਂਕਿ ਜਿਸ ਆਦਮੀ ਨੇ ਮੈਨੂੰ ਨੌਕਰੀ ਤੇ ਰੱਖਿਆ ਸੀ ਉਹ ਧੋਖੇ ਨਾਲ ਮੇਰੀ ਅੱਧੀ ਤੋਂ ਜ਼ਿਆਦਾ ਤਨਖਾਹ ਆਪ ਲੈ ਰਿਹਾ ਸੀ। ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ ਪਰ ਮੈਂ ਕੁਝ ਨਹੀਂ ਕਰ ਸਕਦਾ ਸੀ। ਮੈਨੂੰ ਜੋ ਪੈਸੇ ਮਿਲਦੇ ਸੀ ਉਹ ਆਪਣੇ ਖਰਚੇ ਲਈ ਵਰਤ ਲੈਂਦਾ ਸੀ। ਮੈਂ 1 ਰੁਪਈਆ ਵੀ ਘਰ ਨਹੀਂ ਭੇਜ ਸਕਿਆ। ਪਰ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਫੋਨ ਤੇ ਦੱਸਿਆ ਕਿ ਤੁਹਾਡੇ ਵੱਲੋਂ ਭੇਜੇ 2 ਲੱਖ ਰੁਪਏ ਨਾਲ ਮੈਂ ਆਪਣੀਆਂ ਧੀਆਂ ਲਈ ਖਰੀਦਦਾਰੀ ਕੀਤੀ ਆ ਤੇ ਛੋਟਾ-ਮੋਟਾ ਕਰਜ਼ ਵੀ ਉਤਾਰ ਦਿੱਤਾ। ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਮੈਂ ਘਰ 1 ਰੁਪਈਆ ਵੀ ਨਹੀਂ ਭੇਜਿਆ ਸੀ। ਮੈਂ ਅਸਲ ਵਿੱਚ ਆਪਣੀ ਪਤਨੀ ਦੀ ਖੁਸ਼ੀ ਅਤੇ ਆਪਣੀਆਂ ਧੀਆਂ ਦੀ ਖੁਸ਼ੀ ਲਈ ਚੁੱਪ ਹੋ ਗਿਆ ਅਤੇ ਕਾਲ ਡਿਸਕਨੈਕਟ ਕਰਨ ਤੋਂ ਬਾਅਦ ਮੈਂ ਡੂੰਘਾ ਸੋਚਾਂ ਵਿੱਚ ਚਲਾ ਗਿਆ। ਮੈਂ ਅਜੇ ਉਸ ਗੱਲ ਨੂੰ ਭੁੱਲ ਹੀ ਨਹੀਂ ਸਕਿਆ ਸੀ ਕਿ ਅਗਲੇ ਮਹੀਨੇ ਫਿਰ ਮੇਰੀ ਪਤਨੀ ਨੇ ਕਿਹਾ ਕਿ ਇਸ ਵਾਰ ਤੁਸੀਂ ਜੋ 2 ਲੱਖ ਰੁਪਏ ਭੇਜੇ ਹਨ ਉਸ ਨਾਲ ਮੈਂ ਉਹ ਕੁਝ ਘਰੇਲੂ ਸਮਾਨ ਖਰੀਦ ਲਿਆ ਤੇ ਸਾਡੀਆਂ ਧੀਆਂ ਦਾ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤਾ। ਮੈਂ ਸੁਣ ਕੇ ਹੈਰਾਨ ਰਹਿ ਗਿਆ। ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਪੈਸੇ ਕਿਸ ਨੇ ਦਿੱਤੇ ਹਨ ਤਾਂ ਉਸਨੇ ਕਿਹਾ ਕਿ ਜੋ ਆਦਮੀ ਆਇਆ ਸੀ ਉਸਨੇ ਕਿਹਾ ਕਿ ਇਹ ਪੈਸੇ ਤੁਹਾਡੇ ਪਤੀ ਨੇ ਭੇਜੇ ਹਨ। ਮੈਂ ਆਪਣੀ ਪਤਨੀ ਨੂੰ ਰੋਕਣਾ ਚਾਹੁੰਦਾ ਸੀ ਪਰ ਹਰ ਵਾਰ ਮੇਰੀਆਂ ਧੀਆਂ ਉਹਨਾਂ ਪੈਸਿਆਂ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਸਨ ਅਤੇ ਖੁਸ਼ੀ-ਖੁਸ਼ੀ ਨਾਲ ਮੈਨੂੰ ਦੱਸਦੀਆਂ ਤਾਂ ਮੇਰੀ ਜ਼ੁਬਾਨ ਬੰਦ ਹੋ ਜਾਂਦੀ ਸੀ। ਅਤੇ ਜਦੋਂ ਮੇਰੀ ਵੱਡੀ ਧੀ ਨੇ ਖੁਸ਼ੀ ਨਾਲ ਮੈਨੂੰ ਦੱਸਿਆ ਕਿ ਮੰਮੀ ਨੇ ਮੈਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਹੈ ਤਾਂ ਮੈਂ ਹਰ ਰੋਜ਼ ਸਕੂਲ ਜਾਂਦੀ ਆ। ਇਸ ਲਈ ਮੈਂ ਉਸ ਦੀ ਖੁਸ਼ੀ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਮੈਂ ਉਸ ਦੀ ਖੁਸ਼ੀ ਦੀ ਚੀਕ ਦੀ ਆਵਾਜ਼ ਨੂੰ ਉਦਾਸੀ ਨਾਲ ਨਹੀਂ ਬਦਲਣਾ ਚਾਹੁੰਦਾ ਸੀ। ਪਰ ਹੁਣ ਮੇਰੀ ਪਤਨੀ ਨੂੰ ਲਗਾਤਾਰ ਕਈ ਮਹੀਨਿਆਂ ਤੋਂ ਇਸ ਤਰ੍ਹਾਂ 2 ਲੱਖ ਰੁਪਏ ਮਿਲਣ ਲੱਗੇ। ਇਸ ਲਈ ਮੈਂ ਹੁਣ ਚਿੰਤਾ ਵਿੱਚ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਕੌਣ ਸੀ ਜੋ ਮੇਰਾ ਨਾਮ ਤੇ ਹਰ ਮਹੀਨੇ ਮੇਰੇ ਘਰ 2 ਲੱਖ ਦਿੰਦਾ ਸੀ। ਮੇਰੀ ਪਤਨੀ ਇੱਕ ਜਵਾਨ ਔਰਤ ਸੀ ਤੇ 3 ਧੀਆਂ ਦਾ ਪਿਤਾ ਸੀ ਮੈਂ। ਇਹ ਗੱਲ ਹੁਣ ਮੈਨੂੰ ਪਰੇਸ਼ਾਨ ਕਰ ਰਹੀ ਸੀ। ਇੰਨੀ ਵੱਡੀ ਰਕਮ ਦੇ ਬਦਲੇ ਕੱਲ੍ਹ ਨੂੰ ਕੁਝ ਵੀ ਕੀਤਾ ਜਾ ਸਕਦਾ। ਇਸ ਵਾਰ ਮੇਰੀ ਪਤਨੀ ਨੇ ਮੇਰੀ ਜਾਨ ਹੀ ਕੱਢ ਦਿੱਤੀ ਕਿਉਂਕਿ ਇਸ ਵਾਰ ਉਸ ਵਿਅਕਤੀ ਨੇ 50 ਲੱਖ ਰੁਪਏ ਦੀ ਪੂਰੀ ਰਕਮ ਦੇ ਦਿੱਤੀ ਤੇ ਮੇਰੀ ਪਤਨੀ ਨੇ ਨਵਾਂ ਘਰ ਖਰੀਦ ਲਿਆ। ਇਸ ਵਾਰ ਮੈਂ ਆਪਣੇ ਸਾਰੇ ਕੰਮ ਛੱਡ ਕੇ ਭਾਰਤ ਵਾਪਸ ਪਹੁੰਚ ਗਿਆ। ਘਰ ਦੇ ਹਾਲਾਤ ਬਦਲ ਗਏ ਸਨ। ਘਰ ਵਿੱਚ ਚੰਗਾ ਖਾਣ ਪੀਣ ਤੇ ਮੇਰੀ ਪਤਨੀ ਨੇ ਹਰ ਮਹੀਨੇ ਮਿਲਣ ਵਾਲੇ 2 ਲੱਖ ਵਿੱਚੋਂ ਮੇਰਾ ਕਰਜ਼ ਵੀ ਅਦਾ ਕਰ ਦਿੱਤਾ ਸੀ।
ਉਸਨੇ ਨਵਾਂ ਘਰ ਵੀ ਖਰੀਦ ਲਿਆ। ਮੇਰੀ ਜ਼ਿੰਦਗੀ ਸੌਖੀ ਹੋ ਗਈ। ਪਰ ਮੈਨੂੰ ਪੈਸੇ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਇੰਨੇ ਪੈਸੇ ਦੇਣ ਦਾ ਕਾਰਨ ਪਤਾ ਕਰਨਾ ਸੀ। ਮੈਂ ਮਹੀਨਾ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗਾ ਅਤੇ ਜਦੋਂ ਉਹ ਆਦਮੀ ਪੈਸੇ ਦੇਣ ਆਇਆ ਤਾਂ ਮੈਂ ਦਰਵਾਜ਼ਾ ਖੋਲ੍ਹਿਆ। ਮੈਨੂੰ ਦੇਖ ਕੇ ਉਹ ਆਦਮੀ ਡਰ ਗਿਆ। ਮੈਂ ਉਸ ਨੂੰ ਰੋਕ ਕੇ ਸ਼ਾਂਤੀ ਨਾਲ ਪੁੱਛਿਆ ਕਿ ਤੂੰ ਕੌਣ ਆ? ਹਰ ਮਹੀਨੇ ਮੇਰੇ ਘਰੇ ਪੈਸੇ ਦੇਣ ਕਿਉਂ ਆਉਣਾ? ਮੇਰੇ ਸਵਾਲ ਤੇ ਉਸਨੇ ਸਿਰ ਝੁਕਾ ਲਿਆ ਤੇ ਕੁਝ ਨਾ ਬੋਲਿਆ। ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ, ਦੱਸ ਤੂੰ ਕੌਣ ਆ? ਮੇਰੇ ਘਰ ਪੈਸੇ ਕਿਉਂ ਲਿਆਉਂਦਾ? ਤਾਂ ਉਸ ਆਦਮੀ ਨੇ ਕਿਹਾ ਕਿ ਮੈਂ ਉਸੇ ਆਦਮੀ ਦਾ ਪੁੱਤਰ ਆ ਜਿਸ ਨੇ ਤੇਰੇ ਪਿਤਾ ਨੂੰ ਚੋਰੀ ਦੇ ਦੋਸ਼ ਵਿੱਚ ਜੇਲ੍ਹ ਕਰਵਾ ਦਿੱਤੀ ਸੀ। ਇਹ ਸੁਣ ਕੇ ਮੇਰੇ ਅੰਦਰ ਗੁੱਸੇ ਦੀ ਲਹਿਰ ਦੌੜ ਗਈ, ਪਰ ਮੈਂ ਉਸ ਨੂੰ ਉਸਦੇ ਪਿਤਾ ਵਾਂਗ ਘਰੋਂ ਬਾਹਰ ਨਹੀਂ ਕੱਢ ਸਕਦਾ ਸੀ। ਪਰ ਮੈਂ ਉਸ ਨੂੰ ਇਹ ਜ਼ਰੂਰ ਕਿਹਾ ਕਿ ਮੈਂ ਤੇਰੇ ਵਰਗੇ ਪੱਥਰ ਦਿਲ ਲੋਕਾਂ ਦਾ ਪੈਸਾ ਨਹੀਂ ਲੈਣਾ ਚਾਹੁੰਦਾ, ਇਸ ਲਈ ਇਹ ਪੈਸਾ ਵਾਪਸ ਲੈ ਜਾ। ਮੇਰੀ ਗੱਲ ਸੁਣ ਕੇ ਉਸ ਲੜਕੇ ਨੇ ਕਿਹਾ, ਤੁਸੀਂ ਇਹ ਨਹੀਂ ਜਾਣਨਾ ਚਾਹੋਗੇ ਕਿ ਮੈਂ ਤੁਹਾਡੇ ਘਰ ਇੰਨੀ ਵੱਡੀ ਰਕਮ ਕਿਉਂ ਦਿੰਦਾ ਹਾਂ? ਉਸ ਦਾ ਇਹ ਸਵਾਲ ਜਾਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਕਾਰਨ ਜਾਣਨਾ ਚਾਹੁੰਦਾ ਸੀ। ਜਦੋਂ ਮੈਂ ਚੁੱਪ ਰਿਹਾ ਤਾਂ ਉਸ ਲੜਕੇ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਤੇ ਉਸਦੇ ਇਹ ਸਵਾਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਉਸ ਮੁੰਡੇ ਵੱਲ ਦੇਖ ਰਿਹਾ ਸੀ ਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ। ਉਹ ਦੱਸਣ ਲੱਗਾ ਕਿ ਜਦੋਂ ਮੇਰੇ ਘਰ ਚੋਰੀ ਹੋਈ ਸੀ ਤਾਂ ਮੈਂ ਹੋਸਟਲ ਵਿੱਚ ਰਹਿ ਕੇ ਪੜ੍ਹਦਾ ਸੀ। ਮੈਂ ਆਪਣੇ ਵੱਡੇ ਭਰਾ ਤੇ ਭੈਣ ਦੇ ਵਿਆਹ ਲਈ ਉਸੇ ਦਿਨ ਘਰ ਆਇਆ ਸੀ। ਜਦੋਂ ਮੈਂ ਉਸ ਦਿਨ ਘਰ ਪਹੁੰਚਿਆ ਤਾਂ ਤੁਸੀਂ ਮੇਰੇ ਪਿਤਾ ਜੀ ਅੱਗੇ ਹੱਥ ਪੈਰ ਜੋੜ ਕੇ ਆਪਣੇ ਪਿਤਾ ਜੀ ਨੂੰ ਬੇਕਸੂਰ ਕਹਿ ਰਹੇ ਸੀ ਤੇ ਕਹਿ ਰਹੇ ਸੀ ਕਿ ਮੇਰੇ ਪਿਤਾ ਜੀ ਚੋਰ ਨਹੀਂ ਹਨ। ਉਸਨੇ ਤੁਹਾਡੇ ਘਰੋਂ ਕੁਝ ਨਹੀਂ ਚੋਰੀ ਕੀਤਾ। ਉਹਨਾਂ ਨੂੰ ਪੁਲਿਸ ਤੋਂ ਰਿਹਾ ਕਰਵਾ ਦਿਓ ਅਤੇ ਤੁਹਾਨੂੰ ਮੇਰੇ ਪਿਤਾ ਦੇ ਹੱਥੋਂ ਧੱਕੇ ਅਤੇ ਕੁੱਟ ਖਾਣੀ ਪਈ। ਤੇਰੀ ਹਾਲਤ ਦੇਖ ਕੇ ਮੈਂ ਬਹੁਤ ਦੁਖੀ ਹੋਇਆ। ਮੈਨੂੰ ਤੁਹਾਡੇ ਚਿਹਰੇ ਤੇ ਸੱਚ ਮਹਿਸੂਸ ਹੋਇਆ, ਜਿਵੇਂ ਤੁਸੀਂ ਸੱਚ ਬੋਲ ਰਹੇ ਸੀ। ਤੁਹਾਡਾ ਪਿਤਾ ਚੋਰੀ ਨਹੀਂ ਕਰ ਸਕਦਾ ਸੀ ਕਿਉਂਕਿ ਸੱਚ ਤੁਹਾਡੇ ਚਿਹਰੇ ਤੇ ਟਪਕ ਰਿਹਾ ਸੀ। ਫਿਰ ਮੁੰਡੇ ਨੇ ਦੱਸਿਆ ਕਿ ਮੇਰੇ ਘਰ ਹੋਈ ਚੋਰੀ ਪਿੱਛੇ ਮੇਰੀ ਭੈਣ ਦਾ ਹੱਥ ਸੀ। ਉਸ ਦਾ ਕਿਸੇ ਲੜਕੇ ਨਾਲ ਅਫੇਅਰ ਚੱਲ ਰਿਹਾ ਸੀ ਤੇ ਉਹ ਆਪਣੇ ਵਿਆਹ ਤੋਂ ਦੁਖੀ ਸੀ। ਉਸ ਦਿਨ ਮਾਤਾ ਪਿਤਾ ਨਾਲ ਘਰੋਂ ਨਿਕਲਣ ਦੇ ਸਮੇਂ ਉਸਨੇ ਖੁਦ ਹੀ ਆਪਣੇ ਪ੍ਰੇਮੀ ਨੂੰ ਕਿਹਾ ਕਿ ਉਹ ਘਰ ਖਾਲੀ ਹੈ। ਫਿਰ ਜਿਵੇਂ ਹੀ ਤੇਰਾ ਪਿਤਾ ਘਰੋਂ ਨਿਕਲਿਆ ਤਾਂ ਮੇਰੀ ਭੈਣ ਦਾ ਪ੍ਰੇਮੀ ਆਪਣੇ ਦੋਸਤਾਂ ਨਾਲ ਘਰ ਵਿੱਚ ਦਾਖਲ ਹੋ ਗਿਆ। ਉਹ ਪੈਸੇ ਅਤੇ ਸੋਨਾ ਚੋਰੀ ਕਰਕੇ ਭੱਜ ਗਏ ਤੇ ਦੋਹਾਂ ਵਿਚਾਲੇ ਤੈਅ ਹੋਇਆ ਸੀ ਕਿ ਉਹ ਘਰੋਂ ਭੱਜ ਕੇ ਵਿਆਹ ਕਰਨਗੇ। ਪਰ ਉਹ ਮੁੰਡਾ ਚੋਰੀ ਕਰਕੇ ਮੇਰੀ ਭੈਣ ਨੂੰ ਧੋਖਾ ਦੇ ਕੇ ਚਲਾ ਗਿਆ ਤੇ ਕਦੇ ਵਾਪਸ ਨਹੀਂ ਆਇਆ। ਮੇਰੀ ਭੈਣ ਦਾ ਵਿਆਹ ਹੋ ਗਿਆ, ਪਰ ਉਸ ਲੜਕੀ ਨੇ ਮੇਰੀ ਭੈਣ ਨੂੰ ਬਲੈਕਮੇਲ ਕਰਕੇ ਪੈਸੇ ਮੰਗਣ ਲੱਗਾ ਕਿ ਜੇਕਰ ਤੂੰ ਮੈਨੂੰ ਹੋਰ ਪੈਸੇ ਨਾ ਦਿੱਤੇ ਤਾਂ ਮੈਂ ਸਭ ਨੂੰ ਤੇਰੀ ਸੱਚਾਈ ਦੱਸ ਦਿਆਂਗਾ। ਤੇ ਫਿਰ ਮੇਰੀ ਭੈਣ ਦੇ ਪਤੀ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ ਤੇ ਉਸਨੇ ਮੇਰੀ ਭੈਣ ਨੂੰ ਤਲਾਕ ਦੇ ਕੇ ਘਰ ਭੇਜ ਦਿੱਤਾ। ਜਦੋਂ ਮੈਨੂੰ ਸੱਚਾਈ ਦਾ ਪਤਾ ਲੱਗਾ ਤਾਂ ਮੈਂ ਵੀ ਆਪਣੇ ਪਿਤਾ ਨੂੰ ਉਸ ਗਰੀਬ ਮਜ਼ਦੂਰ ਨੂੰ ਜੇਲ੍ਹ ਵਿੱਚੋਂ ਛਡਵਾਉਣ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਬੇਕਸੂਰ ਸੀ। ਪਰ ਮੇਰੇ ਪਿਤਾ ਜੀ ਆਪਣੀ ਇੱਜ਼ਤ ਕਰਕੇ ਚੁੱਪ ਰਹੇ ਕਿ ਜੇ ਤੁਹਾਡੇ ਪਿਤਾ ਨੂੰ ਬੇਕਸੂਰ ਕਰਾਰ ਕਰ ਦਿੱਤਾ ਗਿਆ ਹੁੰਦਾ ਤਾਂ ਮੇਰੇ ਪਿਤਾ ਨੂੰ ਆਪਣੀ ਧੀ ਦਾ ਰਾਜ਼ ਖੋਲ੍ਹਣਾ ਪੈਂਦਾ। ਉਹ ਅਤਿਆਚਾਰ ਕਰਦਾ ਰਿਹਾ। ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਲਾਚਾਰ ਅਤੇ ਮਜ਼ਦੂਰ ਗਰੀਬ ਤੇ ਤਸੱਦਦ ਕੀਤਾ ਜਾਵੇ ਤਾਂ ਉਸ ਦੀ ਹਾਏ ਅਸਮਾਨ ਨੂੰ ਵੀ ਹਿਲਾ ਦਿੰਦੀ ਹੈ। ਤਾਂ ਮੇਰੇ ਪਿਤਾ ਜੀ ਨੂੰ ਵੀ ਸਜ਼ਾ ਮਿਲ ਗਈ। ਮੇਰੇ ਪਿਤਾ ਜੀ ਨੂੰ ਕੈਂਸਰ ਹੋ ਗਿਆ। ਪੈਸਾ ਪਾਣੀ ਵਾਂਗ ਬਰਬਾਦ ਹੋ ਗਿਆ, ਪਰ ਫਿਰ ਵੀ ਮੇਰੇ ਪਿਤਾ ਜੀ ਬਚ ਨਹੀਂ ਸਕੇ। ਜਦੋਂ ਉਹ ਜ਼ਾਲਮ ਇੱਕ ਸਾਲ ਬਾਅਦ ਮਰ ਗਿਆ ਤਾਂ ਮੈਂ ਜੇਲ੍ਹ ਵਿੱਚ ਤੇਰੇ ਪਿਤਾ ਜੀ ਕੋਲ ਗਿਆ ਤੇ ਸਾਰੀ ਸੱਚਾਈ ਦੱਸੀ। ਮੈਂ ਇੱਕ ਭਾਵੁਕ ਲੜਕਾ ਸੀ। ਮੈਂ ਪੁਲਿਸ ਨੂੰ ਸਾਰੀ ਕਹਾਣੀ ਦੱਸਣਾ ਚਾਹੁੰਦਾ ਸੀ ਤਾਂ ਜੋ ਤੁਹਾਡਾ ਪਿਤਾ ਜੇਲ੍ਹ ਤੋਂ ਬਾਹਰ ਆ ਸਕੇ, ਪਰ ਤੇਰੇ ਪਿਤਾ ਨੇ ਮੈਨੂੰ ਇਸ ਸਭ ਵਿੱਚ ਮੇਰੀ ਭੈਣ ਨੂੰ ਬਦਨਾਮ ਕਰਨ ਤੋਂ ਰੋਕਿਆ। ਤੁਹਾਡੇ ਪਿਤਾ ਜੀ ਬਹੁਤ ਮਹਾਨ ਸਨ। ਉਸਨੇ ਮੈਨੂੰ ਕਿਹਾ ਕਿ ਅਜਿਹਾ ਕਰਨ ਨਾਲ ਤੇਰੀ ਭੈਣ ਦੀ ਬੇਇੱਜ਼ਤੀ ਹੋ ਜਾਵੇਗੀ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਭੈਣ ਜਾਂ ਧੀ ਨੂੰ ਬਦਨਾਮ ਕੀਤਾ ਜਾਵੇ। ਤੂੰ ਆਪਣੀ ਭੈਣ ਦਾ ਵਿਆਹ ਕਿਸੇ ਚੰਗੇ ਮੁੰਡੇ ਨਾਲ ਕਰਵਾ ਦੇ। ਇਸ ਲਈ ਮੇਰੀ ਚਿੰਤਾ ਨਾ ਕਰ। ਮੈਂ ਬੁੱਢਾ ਹਾਂ, ਮੇਰਾ ਬੁਢਾਪਾ ਗੁਜ਼ਰ ਜਾਵੇਗਾ। ਇਸ ਤੋਂ ਕੁਝ ਦਿਨਾਂ ਬਾਅਦ ਤੇਰੇ ਪਿਤਾ ਦੀ ਮੌਤ ਹੋ ਗਈ, ਪਰ ਜਾਂਦੇ ਸਮੇਂ ਉਹ ਤੇਰੇ ਪਿਤਾ ਮੈਨੂੰ ਆਪਣਾ ਕਰਜ਼ਦਾਰ ਬਣਾ ਗਏ ਸਨ। ਫਿਰ ਉਹ ਲੜਕਾ ਬੋਲਿਆ ਕਿ ਇਹ ਪੈਸਾ ਉਸ ਬੇਇੱਜ਼ਤੀ ਦੇ ਮੁਕਾਬਲੇ ਕੁਝ ਵੀ ਨਹੀਂ ਜੋ ਤੁਹਾਡੇ ਪਾਪਾ ਅਤੇ ਤੁਹਾਡੇ ਪਰਿਵਾਰ ਨੇ ਚੁਕਾਈ ਆ। ਉਹ ਕਹਿ ਰਿਹਾ ਸੀ ਕਿ ਇਹ ਪੈਸਾ ਸਿਰਫ ਉਸ ਦੋਸ਼ ਦਾ ਮੁਆਵਜ਼ਾ ਹੈ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੇ ਲਗਾਇਆ ਸੀ। ਮੈਂ ਤੇਰੇ ਤੋਂ ਵੀ ਮਾਫੀ ਮੰਗਦਾ ਹਾਂ। ਉਸਨੇ ਕਿਹਾ ਕਿ ਸਾਡੀ ਇੱਥੇ ਕੇਰਲਾ ਵਿੱਚ ਕੰਪਨੀ ਆ,
ਤੂੰ ਉਸ ਵਿੱਚ ਕੰਮ ਕਰ ਸਕਦਾ। ਜੇਕਰ ਤੂੰ ਮੇਰੀ ਕੰਪਨੀ ਵਿੱਚ ਕੰਮ ਕਰੇਗਾ ਤਾਂ ਮੈਨੂੰ ਬੜੀ ਖੁਸ਼ੀ ਹੋਵੇਗੀ। ਉਸ ਲੜਕੇ ਦੀਆਂ ਗੱਲਾਂ ਸੁਣ ਕੇ ਮੈਂ ਖੁਸ਼ ਹੋ ਗਿਆ। ਦੁਨੀਆ ਵਿੱਚ ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੇ ਨਾਲ ਗਲਤੀਆਂ ਨੂੰ ਸਵੀਕਾਰ ਕਰਦੇ ਹਨ, ਉਸ ਨੂੰ ਸੁਧਾਰਦੇ ਹਨ। ਮੇਰਾ ਉਸ ਲੜਕੇ ਨਾਲ ਕੋਈ ਬੈਰ ਨਹੀਂ ਸੀ। ਫਿਰ ਉਸ ਦੇ ਨਾਲ ਕੰਮ ਕਰਕੇ ਮੈਂ ਆਤਮ ਸਨਮਾਨ ਨਾਲ ਪੈਸਾ ਕਮਾ ਸਕਦਾ ਸੀ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦਾ ਸੀ। ਉਸ ਲੜਕੇ ਨੇ ਮੇਰੇ ਤੋਂ ਮਾਫੀ ਮੰਗੀ ਤੇ ਮੈਨੂੰ ਇਹ ਸਭ ਦੱਸ ਕੇ ਚਲਾ ਗਿਆ। ਮੈਂ ਸੋਚ ਰਿਹਾ ਸੀ ਕਿ ਇਹ ਪੈਸਾ ਮੇਰੇ ਪਿਤਾ ਦੀ ਇੱਜ਼ਤ ਅਤੇ ਉਹ ਚੰਗੇ ਸਮੇਂ ਨੂੰ ਵਾਪਸ ਲਿਆ ਸਕਦਾ ਹੈ, ਸ਼ਾਇਦ ਨਹੀਂ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।